ਹੈਲੋ ਸਟੂਡੈਂਟਸ, ਅੱਜ ਆਪਾਂ ਸਟੱਡੀ ਕਰਾਂਗੇ। ਆਪਣਾ ਟੌਪਿਕ ਕੀ ਹੈ? ਜਾਵਾ ਸਕ੍ਰਿਪਟ ਵੈਰੀਏਬਲਸ ਐਂਡ ਕਾਂਸਟੈਂਟਸ। ਮੀਨਸ ਜਾਵਾ ਸਕ੍ਰਿਪਟ ਦੇ ਵਿੱਚ ਵੈਰੀਏਬਲ ਕੀ ਹੁੰਦੇ ਆ ਅਤੇ ਕਾਂਸਟੈਂਟ ਕੀ ਹੁੰਦੇ ਆ। ਜਾਵਾ ਸਕ੍ਰਿਪਟ ਵੈਰੀਏਬਲ ਇਜ਼ ਸਿੰਪਲੀ ਏ ਨੇਮ ਆਫ ਸਟੋਰੇਜ ਲੋਕੇਸ਼ਨ। ਸਿੰਪਲ ਆਪਾਂ ਕੀ ਕਹਿ ਸਕਦੇ ਹਾਂ, ਵੈਰੀਏਬਲ ਕੀ ਹੁੰਦੇ ਆ? ਇੱਕ ਸਟੋਰੇਜ ਲੋਕੇਸ਼ਨ ਦਾ ਨਾਮ ਹੈ ਜੋ ਕੀ ਹੈ ਚੇਂਜੇਬਲ ਹੁੰਦੇ ਆ। ਵੈਰੀਏਬਲ ਹਮੇਸ਼ਾ ਚੇਂਜੇਬਲ ਹੁੰਦੇ ਆ। ਦੇਅਰ ਆਰ ਟੂ ਟਾਈਪਸ ਆਫ ਵੈਰੀਏਬਲ ਇਨ ਜਾਵਾ ਸਕ੍ਰਿਪਟ। ਜਾਵਾ ਸਕ੍ਰਿਪਟ ਦੇ ਵਿੱਚ ਦੋ ਤਰ੍ਹਾਂ ਦੇ ਵੈਰੀਏਬਲ ਯੂਜ਼ ਹੁੰਦੇ ਆ, ਲੋਕਲ ਵੈਰੀਏਬਲ ਐਂਡ ਗਲੋਬਲ ਵੈਰੀਏਬਲ। There are some rules while declaring a JavaScript variable, also known as identifiers. ਜਾਵਾ ਸਕ੍ਰਿਪਟ ਵਿੱਚ ਵੈਰੀਏਬਲ ਘੋਸ਼ਿਤ ਕਰਨ ਦੇ ਲਈ ਮੀਨਸ ਡਿਕਲੇਅਰ ਕਰਨ ਦੇ ਲਈ ਕੁਝ ਨਿਯਮ ਹੁੰਦੇ ਆ, ਜਿਹੜੇ ਨਿਯਮਾਂ ਨੂੰ ਅਸੀਂ ਕੀ ਕਹਿੰਦੇ ਆ? ਆਇਡੈਂਟੀਫਾਇਰਸ ਕਹਿੰਦੇ ਆ। ਇਹ ਨਿਯਮ ਕਿਹੜੇ ਕਿਹੜੇ ਹੁੰਦੇ ਆ? ਫਸਟ ਹੈ, ਨੇਮ ਮਸਟ ਸਟਾਰਟ ਵਿਦ ਏ ਲੈਟਰ A to Z ਔਰ A to Z ਅੰਡਰਸਕੋਰ ਔਰ ਡਾਲਰ ਸਾਈਨਸ। ਮੀਨਸ ਕੀ ਹੈ ਕਿ ਨਾਮ ਹੈ ਜਿਹੜਾ ਉਹ ਇੱਕ ਅੱਖਰ A to Z ਜਾਂ ਅੰਡਰਸਕੋਰ ਜਾਂ ਡਾਲਰ ਦੇ ਸਾਈਨ ਨਾਲ ਸ਼ੁਰੂ ਹੋਣਾ ਚਾਹੀਦਾ ਹੈ। ਸੈਕਿੰਡ ਕੀ ਹੈ, ਆਫਟਰ ਫਸਟ ਲੈਟਰ ਵੀ ਕੈਨ ਯੂਜ਼ ਡਿਜਿਟਸ 0 to 9 ਫॉर ਐਗਜ਼ਾਮਪਲ ਵੈਲਿਊ ਕੀ ਹੈ 1। ਪਹਿਲੇ ਅੱਖਰ ਤੋਂ ਬਾਅਦ ਅਸੀਂ ਅੰਕ ਹੈ ਜੋ ਉਹ 0 ਤੋਂ 9 ਦੀ ਵਰਤੋਂ ਕਰ ਸਕਦੇ ਹਾਂ। ਜਿਵੇਂ ਐਗਜ਼ਾਮਪਲ ਦੇ ਲਈ ਕੀ ਹੋ ਗਿਆ, ਵੈਲਿਊ 1 ਹੋ ਗਈ। ਥਰਡ ਕੀ ਆ ਜਾਂਦਾ ਹੈ, ਜਾਵਾ ਸਕ੍ਰਿਪਟ ਵੈਰੀਏਬਲਸ ਆਰ ਕੇਸ ਸੈਂਸਿਟਿਵ ਫॉर ਐਗਜ਼ਾਮਪਲ X ਐਂਡ X ਆਰ ਡਿਫਰੈਂਟ ਵੈਰੀਏਬਲਸ। ਮੀਨਸ ਕੀ ਹੈ, ਕਹਿੰਦੇ ਜਾਵਾ ਸਕ੍ਰਿਪਟ ਦੇ ਵਿੱਚ ਜਿਹੜੇ ਵੈਰੀਏਬਲ ਆ ਉਹ ਕੇਸ ਸੈਂਸਿਟਿਵ ਹੁੰਦੇ ਆ। ਐਗਜ਼ਾਮਪਲ ਦੇ ਲਈ ਜੋ X ਕੈਪੀਟਲ ਹੈ ਅਤੇ ਜੋ ਸਮਾਲ x ਹੈ ਉਹ ਕੀ ਆ, ਵੱਖ-ਵੱਖ ਵੈਰੀਏਬਲ ਹੈ। ਹੁਣ ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਕਰੈਕਟ ਜਾਵਾ ਸਕ੍ਰਿਪਟ ਵੈਰੀਏਬਲ ਕੀ ਹੈ, ਮਤਲਬ ਕਰੈਕਟ ਸਹੀ ਕਿਵੇਂ ਉਹਨੂੰ ਡਿਕਲੇਅਰ ਕੀਤਾ ਜਾ ਸਕਦਾ ਹੈ। ਫਸਟ VAR ਵੈਰੀਏਬਲ ਦੇ ਵਿੱਚ ਕੀ ਹੁੰਦਾ, VAR ਕੀਵਰਡ ਹੈ ਜਿਹੜਾ ਉਹ ਯੂਜ਼ ਹੁੰਦਾ ਜਦੋਂ ਵੀ ਆਪਾਂ ਵੈਰੀਏਬਲ ਨੂੰ ਡਿਕਲੇਅਰ ਕਰਦੇ ਹਾਂ। X ਇਜ਼ ਇਕੁਅਲ ਟੂ 10, X ਨੂੰ ਵੈਲਿਊ ਕਿੰਨੀ ਦਿੱਤੀ ਹੈ 10। ਜਾਂ ਨੈਕਸਟ ਦਿੱਤਾ VAR ਅੰਡਰਸਕੋਰ ਵੈਲਿਊ ਇਜ਼ ਇਕੁਅਲ ਟੂ ਸੋਨੂੰ। ਤਾਂ ਜਿਹੜਾ ਇਹ ਵੈਰੀਏਬਲ ਨੂੰ ਡਿਕਲੇਅਰ ਕਰਨ ਦਾ ਸਿੰਟੈਕਸ ਆ ਉਹ ਸਹੀ ਹੈ। ਨੈਕਸਟ ਦਿੱਤਾ ਹੈਗਾ ਇਨਕਰੈਕਟ ਜਾਵਾ ਸਕ੍ਰਿਪਟ ਵੈਰੀਏਬਲਸ, ਮਤਲਬ ਇਨਕਰੈਕਟ ਕਿਹੜਾ ਮੈਥਡ ਹੈ। ਇਨਕਰੈਕਟ ਕਿਹੜਾ ਹੈ, ਜਿਵੇਂ VAR 1 2 3 ਇਜ਼ ਇਕੁਅਲ ਟੂ 30। ਮੀਨਸ ਜੇਕਰ ਆਪਾਂ ਇਸ ਤਰ੍ਹਾਂ ਇਹਨੂੰ ਡਿਕਲੇਅਰ ਕਰਾਂਗੇ ਤਾਂ ਇਹ ਸਹੀ ਸਿੰਟੈਕਸ ਨਹੀਂ ਹੈਗਾ ਇਹਨੂੰ ਡਿਕਲੇਅਰ ਕਰਨ ਦਾ। ਜਾਵਾ ਦੇ ਵਿੱਚ ਕਿਹੜਾ ਮੈਥਡ ਹੈ, ਇਹ ਇਨਕਰੈਕਟ ਮੈਥਡ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਐਗਜ਼ਾਮਪਲ ਆਫ ਜਾਵਾ ਸਕ੍ਰਿਪਟ ਵੈਰੀਏਬਲ ਦੀ ਐਗਜ਼ਾਮਪਲ ਬਾਰੇ। ਫਸਟ ਕੀ ਹੈ, ਸਕ੍ਰਿਪਟ। ਨੈਕਸਟ VAR X ਇਜ਼ ਇਕੁਅਲ ਟੂ 10, ਮੀਨਸ ਵੈਰੀਏਬਲ X ਨੂੰ ਵੈਲਿਊ 10 ਦਿੱਤੀ ਹੈ। ਸੈਕਿੰਡ ਦੇ ਵਿੱਚ ਵੈਰੀਏਬਲ VAR Y ਇਜ਼ ਇਕੁਅਲ ਟੂ 20, Y ਨੂੰ ਵੈਲਿਊ ਕਿੰਨੀ ਦਿੱਤੀ ਹੈ 20 ਦਿੱਤੀ ਹੈ। VAR Z ਇਜ਼ ਇਕੁਅਲ ਟੂ X ਪਲੱਸ Y। ਡਾਕੂਮੈਂਟ ਡੋਟ ਰਾਈਟ Z, ਮੀਨਸ ਆਪਾਂ Z ਨੂੰ X ਅਤੇ Y ਨੂੰ ਪਲੱਸ ਕਰਕੇ ਉਹਦੀ ਵੈਲਿਊ ਕਿਹਦੇ ਵਿੱਚ ਜਾਂਦੀ ਹੈ Z ਦੇ ਵਿੱਚ। ਤਾਂ ਇਸ ਦੇ ਵਿੱਚ ਇਹਦਾ ਆਊਟਪੁੱਟ ਹੈ ਜਿਹੜੇ ਉਹ ਕੀ ਆਊਗੀ 30, ਕਿਉਂਕਿ X ਦੀ ਵੈਲਿਊ 10 ਸੀ, Y ਦੀ 20 ਸੀ। X ਅਤੇ Y ਨੂੰ ਪਲੱਸ ਕਰਤਾ ਆਪਾਂ ਤਾਂ ਉਹ ਕੀ ਹੋ ਗਿਆ, ਅਸਾਈਨ ਹੋ ਗਈ ਵੈਲਿਊ Z ਨੂੰ। ਤਾਂ Z ਨੂੰ ਕਿੰਨੀ ਵੈਲਿਊ ਅਸਾਈਨ ਹੋਈ 30। ਨੈਕਸਟ ਆਪਾਂ ਗੱਲ ਕਰਦੇ ਹਾਂ ਜਾਵਾ ਸਕ੍ਰਿਪਟ ਲੋਕਲ ਵੈਰੀਏਬਲ। ਜਿਵੇਂ ਹੁਣ ਆਪਾਂ ਗੱਲ ਕੀਤੀ ਸੀ ਕਿ ਵੈਰੀਏਬਲ ਆ ਜਿਹੜੇ ਉਹ ਜਾਵਾ ਸਕ੍ਰਿਪਟ ਵਿੱਚ ਦੋ ਤਰ੍ਹਾਂ ਦੇ ਹੁੰਦੇ ਆ, ਲੋਕਲ ਅਤੇ ਗਲੋਬਲ। ਫਸਟ ਆਪਾਂ ਗੱਲ ਕਰਦੇ ਹਾਂ ਲੋਕਲ ਵੈਰੀਏਬਲ ਬਾਰੇ। ਇਹ ਜਾਵਾ ਸਕ੍ਰਿਪਟ ਲੋਕਲ ਵੈਰੀਏਬਲ ਇਜ਼ ਡਿਕਲੇਅਰ ਇਨਸਾਈਡ ਬਲੋਕ ਔਰ ਫੰਕਸ਼ਨ। ਮੀਨਸ ਕੀ ਹੈ ਕਿ ਜਦੋਂ ਵੀ ਕਿਸੇ ਵੀ ਵੈਰੀਏਬਲ ਨੂੰ ਬਲੋਕ ਜਾਂ ਫੰਕਸ਼ਨ ਦੇ ਅੰਦਰ ਘੋਸ਼ਿਤ ਕੀਤਾ ਜਾਂਦਾ ਹੈ, ਇਟ ਇਜ਼ ਅਸੈਸੀਬਲ ਵਿਦਨ ਦਾ ਫੰਕਸ਼ਨ ਔਰ ਬਲੋਕ ਓਨਲੀ। ਤਾਂ ਇਹ ਸਿਰਫ ਉਸੇ ਹੀ ਫੰਕਸ਼ਨ ਦੇ ਵਿੱਚ ਜਾਂ ਬਲੋਕ ਦੇ ਵਿੱਚ ਅਸੈਸੀਬਲ ਹੋਣਗੇ। ਉਹਨੂੰ ਕੀ ਕਹਿੰਦੇ ਆਪਾਂ, ਲੋਕਲ ਵੈਰੀਏਬਲ ਕਹਿੰਦੇ ਹਾਂ। ਮੀਨਸ ਜਿਹੜੇ ਲੋਕਲ ਵੈਰੀਏਬਲ ਹੁੰਦੇ ਆ ਉਹ ਕਿਸੇ ਬਲੋਕ ਦੇ ਫੰਕਸ਼ਨ ਦੇ ਵਿੱਚ ਹੀ ਡਿਕਲੇਅਰ ਕੀਤਾ ਜਾਂਦਾ ਅਤੇ ਵਿੱਚ ਹੀ ਉਹ ਉਹਨਾਂ ਨੂੰ ਅਸੈਸੀਬਲ ਹੁੰਦੇ ਆ ਉਹ। ਜਿਵੇਂ ਫੋਰ ਐਗਜ਼ਾਮਪਲ ਦੇ ਵਿੱਚ ਦਿੱਤਾ ਹੀ ਹੈ ਸਕ੍ਰਿਪਟ ਫੰਕਸ਼ਨ ਕੀ ਦਿੱਤਾ ਹੈ ABC, ਉਸ ਤੋਂ ਬਾਅਦ VAR X ਇਜ਼ ਇਕੁਅਲ ਟੂ 10। ਤਾਂ ਜੋ X ਇਜ਼ ਇਕੁਅਲ ਟੂ 10 ਦਿੱਤਾ ਹੈ ਕਿਹੜੇ ਵੈਰੀਏਬਲ ਆ ਜਾਂਦਾ, ਲੋਕਲ ਵੈਰੀਏਬਲ ਆ ਜਾਂਦਾ। ਨੈਕਸਟ ਆਪਾਂ ਗੱਲ ਕਰਦੇ ਹਾਂ ਜਾਵਾ ਸਕ੍ਰਿਪਟ ਗਲੋਬਲ ਵੈਰੀਏਬਲ। ਮੀਨਸ ਜਾਵਾ ਸਕ੍ਰਿਪਟ ਵਿੱਚ ਗਲੋਬਲ ਵੈਰੀਏਬਲ ਕੀ ਹੁੰਦੇ ਆ। ਇਹ ਜਾਵਾ ਸਕ੍ਰਿਪਟ ਗਲੋਬਲ ਵੈਰੀਏਬਲ ਇਜ਼ ਅਸੈਸੀਬਲ ਫਰੋਮ ਐਨੀ ਫੰਕਸ਼ਨ
A variable that is declared outside the function or declared with window object is known as a global variable. Means ਕੀ ਹੈ ਕਿ ਇੱਕ ਜਾਵਾ ਸਕ੍ਰਿਪਟ ਦੇ ਵਿੱਚ ਗਲੋਬਲ ਵੈਰੀਏਬਲ ਕਿਸੇ ਵੀ ਫੰਕਸ਼ਨ ਤੋਂ ਪਹੁੰਚਯੋਗ ਹੁੰਦੇ ਹੈ। ਇੱਕ ਵੈਰੀਏਬਲ ਭਾਵ ਫੰਕਸ਼ਨ ਤੋਂ ਬਾਹਰ ਡਿਕਲੇਅਰ ਕੀਤਾ ਜਾਂਦਾ ਹੈ ਜਾਂ ਵਿੰਡੋ ਆਬਜੈਕਟ ਨਾਲ ਉਹਨੂੰ ਕੀ ਹੈ ਡਿਕਲੇਅਰ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਆਪਾਂ ਗਲੋਬਲ ਵੈਰੀਏਬਲ ਕਹਿੰਦੇ ਆ। ਮੀਨਜ਼ ਜੋ ਫੰਕਸ਼ਨ ਦੇ ਅੰਦਰ ਡਿਕਲੇਅਰ ਕੀਤੇ ਜਾਂਦੇ ਆ ਉਹ ਲੋਕਲ ਵੈਰੀਏਬਲ ਹੁੰਦੇ ਆ, ਜੋ ਫੰਕਸ਼ਨ ਦੇ ਬਾਹਰ ਡਿਕਲੇਅਰ ਕੀਤੇ ਜਾਂਦੇ ਆ ਉਸਨੂੰ ਕੀ ਕਿਹਾ ਜਾਂਦਾ ਗਲੋਬਲ ਵੈਰੀਏਬਲ ਕਿਹਾ ਜਾਂਦਾ। ਜਿਵੇਂ ਫੋਰ ਐਗਜ਼ਾਮਪਲ ਦੇ ਵਿੱਚ ਦਿੱਤਾ ਗਿਆ ਸਕ੍ਰਿਪਟ, ਉਸ ਤੋਂ ਬਾਅਦ VAR ਡਾਟਾ ਇਜ਼ ਇਕੁਅਲ ਟੂ 200 ਮੀਨਸ ਇਸ ਨੂੰ ਫੰਕਸ਼ਨ ਹੈ ਜੋ ਉਹਦੇ ਤੋਂ ਬਾਹਰ ਡਿਕਲੇਅਰ ਕੀਤਾ, ਤਾਂ ਇਹ ਕਿਹੜੇ ਵੈਰੀਏਬਲ ਆ ਜਾਂਦੇ ਆ ਗਲੋਬਲ ਵੈਰੀਏਬਲ ਆ ਜਾਂਦੇ ਆ। ਇਹ ਆਪਾਂ ਗੱਲ ਕੀਤੀ ਆ ਹੁਣ ਵੈਰੀਏਬਲ ਬਾਰੇ, ਮਤਲਬ ਜਾਵਾ ਸਕ੍ਰਿਪਟ ਦੇ ਵਿੱਚ ਵੈਰੀਏਬਲ ਕੀ ਹੁੰਦੇ ਆ ਅਤੇ ਇਹ ਕਿੰਨੇ ਤਰ੍ਹਾਂ ਦੇ ਹੁੰਦੇ ਆ। ਨੈਕਸਟ ਆਪਾਂ ਗੱਲ ਕਰਦੇ ਹਾਂ ਕਾਂਸਟੈਂਟ, ਮੀਨਜ਼ ਜਾਵਾ ਸਕ੍ਰਿਪਟ ਦੇ ਵਿੱਚ ਕਾਂਸਟੈਂਟ ਕੀ ਹੁੰਦੇ ਆ। ਇਨ ਜਾਵਾ ਸਕ੍ਰਿਪਟ ਕਾਂਸਟੈਂਟਸ ਆਰ ਡਿਕਲੇਅਰ ਵਿਦ ਕਾਂਸਟ ਕੀਵਰਡਸ ਐਂਡ ਅਸਾਈਨਡ ਐਟ ਦਾ ਟਾਈਮ ਆਫ ਦਾ ਡਿਕਲੇਅਰੇਸ਼ਨਸ। ਜਿਸ ਤਰ੍ਹਾਂ ਵੈਰੀਏਬਲ ਨੂੰ ਡਿਕਲੇਅਰ ਕਰਨ ਦੇ ਲਈ VAR ਜੋ ਕੀਵਰਡ ਆ ਉਹ ਯੂਜ਼ ਹੁੰਦਾ ਹੈ, ਉਸੇ ਤਰ੍ਹਾਂ ਜਾਵਾ ਸਕ੍ਰਿਪਟ ਦੇ ਵਿੱਚ ਕਾਂਸਟੈਂਟਸ ਨੂੰ ਡਿਕਲੇਅਰ ਕਰਨ ਦੇ ਲਈ ਕਾਂਸਟ ਕੀਵਰਡ ਨੂੰ ਯੂਜ਼ ਕੀਤਾ ਜਾਂਦਾ ਹੈ ਅਤੇ ਘੋਸ਼ਣਾ ਦੇ ਸਮੇਂ ਇਹਨਾਂ ਨੂੰ ਕੀ ਕੀਤਾ ਜਾਂਦਾ ਨਿਰਧਾਰਿਤ ਕੀਤਾ ਜਾਂਦਾ। ਇਹ ਕਾਂਸਟੈਂਟਸ ਕੈਨ ਬੀ ਗਲੋਬਲ ਔਰ ਲੋਕਲ ਟੂ ਏ ਫੰਕਸ਼ਨ ਵੇਅਰ ਇਟ ਇਜ਼ ਡਿਕਲੇਅਰਸ। ਕਿਸੇ ਵੀ ਫੰਕਸ਼ਨ ਦੇ ਲਈ ਜਿੱਥੇ ਇਹਨਾਂ ਨੂੰ ਘੋਸ਼ਿਤ ਕੀਤਾ ਜਾਂਦਾ ਉੱਥੇ ਇਹ ਜਿਹੜੇ ਕਾਂਸਟੈਂਟ ਆ ਉਹ ਗਲੋਬਲ ਵੀ ਹੋ ਸਕਦੇ ਆ ਅਤੇ ਲੋਕਲ ਵੀ ਹੋ ਸਕਦੇ ਆ। Constants are read only, therefore you cannot modify them later on. ਮੀਨਸ ਕੀ ਹੈ ਕਿ ਕਾਂਸਟੈਂਟ ਸਿਰਫ ਕੀ ਹੁੰਦੇ ਆ ਪੜ੍ਹਨ ਲਈ ਹੁੰਦੇ ਆ, ਇਸ ਲਈ ਤੁਸੀਂ ਬਾਅਦ ਵਿੱਚ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੇ। ਜਿਸ ਤਰ੍ਹਾਂ ਵੈਰੀਏਬਲ ਦੀ ਵੈਲਿਊ ਹੈ ਜਿਹੜੀ ਉਹ ਚੇਂਜ ਹੋ ਜਾਂਦੀ ਹੈ, ਪਰ ਜੋ ਕਾਂਸਟੈਂਟ ਹੈ ਉਹਨਾਂ ਦੀ ਵੈਲਿਊ ਚੇਂਜ ਨਹੀਂ ਹੁੰਦੀ, ਇਹ ਹਮੇਸ਼ਾ ਸਥਿਰ ਹੁੰਦੇ ਆ। ਨੇਮਿੰਗ ਏ ਕਾਂਸਟੈਂਟ ਇਨ ਜਾਵਾ ਸਕ੍ਰਿਪਟ follow the same rule of naming a variable except that the constant keyword is always required even for global constants. ਮੀਨਸ ਕੀ ਹੈ ਕਹਿੰਦੇ ਜਾਵਾ ਸਕ੍ਰਿਪਟ ਦੇ ਵਿੱਚ ਕੀ ਹੁੰਦਾ ਹੈ, ਕਾਂਸਟੈਂਟ ਨਾਮ ਦੇਣਾ ਇੱਕ ਵੈਰੀਏਬਲ ਦਾ ਨਾਮਕਰਨ ਦੇ ਉਸਦੇ ਨਿਯਮਾਂ ਦੀ ਪਾਲਣਾ ਕਰਦਾ ਹੈ, ਸਿਵਾਏ ਇਸ ਤੋਂ ਇਲਾਵਾ ਕਿ ਕਾਂਸਟ ਕੀਵਰਡ ਹਮੇਸ਼ਾ ਲੋੜੀਂਦਾ ਹੁੰਦਾ ਹੈ। ਇੱਥੋਂ ਤੱਕ ਕਿ ਗਲੋਬਲ ਸਥਿਰਤਾ ਲਈ ਜੇਕਰ ਕੀਵਰਡ ਨੂੰ ਛੱਡ ਦਿੱਤਾ ਜਾਂਦਾ। ਫੋਰ ਐਗਜ਼ਾਮਪਲ ਜਿਵੇਂ ਦਿੱਤੀ ਗਈ ਹੈ ਕਾਂਸਟ ਕੰਟਰੀ ਇਜ਼ ਇਕੁਅਲ ਟੂ ਇੰਡੀਆ, ਮਤਲਬ ਕਾਂਸਟ ਕੀਵਰਡ ਦੇ ਨਾਲ ਕੰਟਰੀ ਇੰਡੀਆ ਨੂੰ ਡਿਕਲੇਅਰ ਕੀਤਾ ਗਿਆ। ਯੂ ਕੈਨ ਨਾਟ ਡਿਕਲੇਅਰ ਏ ਕਾਂਸਟੈਂਟ ਵਿਦ ਦਾ ਸੇਮ ਨੇਮ ਐਜ਼ ਏ ਫੰਕਸ਼ਨ। ਫੰਕਸ਼ਨ ਵਿੱਚ ਇੱਕ ਸੇਮ ਨੇਮ 'ਤੇ ਤੁਸੀਂ ਕਾਂਸਟੈਂਟ ਨੂੰ ਡਿਕਲੇਅਰ ਹੈ ਜਿਹੜਾ ਉਹ ਨਹੀਂ ਕਰ ਸਕਦੇ, ਮਤਲਬ ਸੇਮ ਨੇਮ 'ਤੇ ਆਪਾਂ ਇਹਨਾਂ ਨੂੰ ਡਿਕਲੇਅਰ ਨਹੀਂ ਕਰ ਸਕਦੇ। ਸੋ ਸਟੂਡੈਂਟ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਕੀ ਕੀਤਾ, ਜਾਵਾ ਸਕ੍ਰਿਪਟ ਦੇ ਵਿੱਚ ਵੈਰੀਏਬਲ ਕੀ ਹੁੰਦੇ ਆ, ਕਾਂਸਟੈਂਟ ਕੀ ਹੁੰਦੇ ਆ। ਵੈਰੀਏਬਲ ਜੋ ਹੁੰਦੀ ਆ ਸਟੋਰੇਜ ਲੋਕੇਸ਼ਨ ਹੈ ਜਿਹਦੀ ਵੈਲਿਊ ਕੀ ਹੈ ਚੇਂਜ ਹੁੰਦੀ ਹੈ, ਪਰ ਜੋ ਕਾਂਸਟੈਂਟ ਹੁੰਦੇ ਆ ਉਹ ਕੀ ਹੁੰਦੇ ਆ ਸਥਿਰ ਹੁੰਦੇ ਆ। ਸੋ ਸਟੂਡੈਂਟਸ ਥੈਂਕ ਯੂ ਫॉर ਵਾਚਿੰਗ।